सूरा सो पहचानिए जो लरे दीन की हेत, पुरजा पुरजा कट मरे कभू न छाड़ी खेत। वाहिगुरु जी का खालसा, वाहिगुरु जी की फतेह। 10वें पातशाह साहिबे कमाल सरबंस दानी धन धन श्री गुरु गोबिंद सिंह जी दे 4 सुपुत्र सन। आप जी दे वड्डे साहिबजादियां दा नाम बाबा अजीत सिंह जी ਅਤੇ बाबा जुझार सिंह जी सी। छोटे साहिबजादे बाबा जोरावर सिंह जी ਅਤੇ बाबा फतेह सिंह जी सन। बाबा अजीत सिंह जी जिन्हां दा जन्म 7 जनवरी 1687 ईस्वी ਨੂੰ ਪੌਂਟਾ ਸਾਹਿਬ ਵਿਖੇ ਹੋਇਆ, ਉਹਨਾਂ ਤੋਂ ਛੋਟੇ ਬਾਬਾ जुझार सिंह जी ਜਿਨ੍ਹਾਂ ਦਾ ਜਨਮ ਆਨੰਦਪੁਰ ਸਾਹਿਬ ਵਿਖੇ ਮਾਤਾ ਜੀਤਾ ਜੀ ਦੀ ਕੁੱਖੋਂ ਮਾਰਚ 1699 ਨੂੰ ਹੋਇਆ। ਬਚਪਨ ਤੋਂ ਹੀ ਇਹਨਾਂ ਸਾਹਿਬਜ਼ਾਦਿਆਂ ਨੂੰ ਦੁਨਿਆਵੀ ਅਤੇ ਧਾਰਮਿਕ ਵਿਦਿਆ ਦੇ ਨਾਲ-ਨਾਲ ਸਰੀਰਕ ਕਸਰਤਾਂ, ਘੋੜਸਵਾਰੀ, ਸ਼ਸਤਰ ਵਿਦਿਆ, ਤੀਰਅੰਦਾਜ਼ੀ ਅਤੇ ਤਰ੍ਹਾਂ-ਤਰ੍ਹਾਂ ਦੇ ਹਥਿਆਰਾਂ ਦੀ ਸਿੱਖਿਆ 94 ਸਿੱਖ ਯੋਧਿਆਂ ਅਤੇ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਪ੍ਰਾਪਤ ਹੋਈ। ਸਾਹਿਬਜ਼ਾਦੇ ਬਾਬਾ जुझार सिंह जी ने 1699 ਈਸਵੀ ਵਿੱਚ ਖਾਲਸਾ ਸਾਜਨਾ ਸਮੇਂ 5 ਪਿਆਰਿਆਂ ਕੋਲੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਸਾਹਿਬਜ਼ਾਦੇ ਬਾਬਾ जुझार सिंह जी ਬਚਪਨ ਤੋਂ ਹੀ ਬਹੁਤ ਸ਼ਕਤੀਸ਼ਾਲੀ, ਨੀਡਰ ਅਤੇ ਕੁਸ਼ਲ ਯੋਧੇ ਸਨ। ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਦੇ ਲਾਡ ਪਿਆਰ ਦੀ ਛਾਂ ਹੇਠ ਸਮਾਂ ਬਤੀਤ ਹੁੰਦਾ ਗਿਆ। ਫਿਰ ਸਨ 1704 ਈਸਵੀ ਨੂੰ ਸ਼੍ਰੀ ਅਨੰਦਪੁਰ ਸਾਹਿਬ ਨੂੰ ਮੁਗਲ ਫੌਜਾਂ ਅਤੇ ਪਹਾੜੀ ਰਾਜਿਆਂ ਵੱਲੋਂ ਵੱਡਾ ਘੇਰਾ ਪਾਇਆ ਜਾਂਦਾ ਹੈ। ਸ਼੍ਰੀ ਅਨੰਦਪੁਰ ਸਾਹਿਬ ਦੀ 7 ਮਹੀਨਿਆਂ ਤੱਕ ਘੇਰਾਬੰਦੀ ਕੀਤੀ ਜਾਂਦੀ ਹੈ। 20 ਦਸੰਬਰ ਸਨ 1704 ਈਸਵੀ ਨੂੰ 10ਵੇਂ ਪਾਤਸ਼ਾਹ ਸੰਗਤਾਂ ਦੇ ਕਹਿਣ ਤੇ ਸ਼੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਦਿੰਦੇ ਹਨ। ਅੱਧ ਵਿਚਾਲੀ ਰਾਤ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਗੁਰੂ ਪਰਿਵਾਰ ਤੇ ਸਿੱਖ ਸੰਗਤਾਂ ਨਾਲ ਹਜੇ ਸਰਸਾ ਨਦੀ ਤੋਂ ਕੁਝ ਦੂਰ ਹੀ ਪੁੱਜੇ ਸਨ ਕਿ ਮੁਗਲ ਫੌਜਾਂ ਤੇ ਪਹਾੜੀ ਰਾਜਿਆਂ ਨੇ ਗਊ ਦੀਆਂ ਕਸਮਾਂ ਅਤੇ ਕੁਰਾਨ ਦੀਆਂ ਸਗੰਧਾਂ ਭੁੱਲ ਕੇ ਪਿੱਛੋਂ ਭਿਅੰਕਰ ਹਮਲਾ ਬੋਲ ਦਿੱਤਾ। ਉਸ ਸਮੇਂ ਸਰਸਾ ਨਦੀ ਵਿੱਚ ਭਿਅੰਕਰ ਹੜ੍ਹ ਆਇਆ ਹੋਇਆ ਸੀ। ਮੁਗਲ ਫੌਜਾਂ ਅਤੇ ਗੁਰੂ ਦੀਆਂ ਫੌਜਾਂ ਵਿਚਾਲੇ ਸਰਸਾ ਕਿਨਾਰੇ ਭਿਆਨਕ ਜੰਗ ਹੋਈ। ਇੱਥੇ 10ਵੇਂ ਪਾਤਸ਼ਾਹ ਦਾ ਪਰਿਵਾਰ 3 ਹਿੱਸਿਆਂ ਵਿੱਚ ਵੰਡਿਆ ਗਿਆ। ਸਰਸਾ ਨਦੀ ਨੂੰ ਪਾਰ ਕਰਕੇ ਗੁਰੂ ਗੋਬਿੰਦ ਸਿੰਘ ਜੀ ਅਤੇ ਵੱਡੇ ਸਾਹਿਬਜ਼ਾਦੇ ਕੇਵਲ 40 ਸਿੰਘਾਂ ਸਮੇਤ ਚਮਕੌਰ ਦੀ ਕੱਚੀ ਗੜੀ ਵਿੱਚ ਪੁੱਜੇ। ਇਹ ਚੌਧਰੀ ਬੁੱਧ ਚੰਦ ਦੀ ਗੜੀ ਨੁਮਾ ਹਵੇਲੀ ਸੀ। ਇਸ ਗੜੀ ਵਿੱਚ ਰੁਕ ਕੇ ਦੁਸ਼ਮਣ ਦਲ ਦਾ ਮੁਕਾਬਲਾ ਕਰਨ ਦਾ ਫੈਸਲਾ 10ਵੇਂ ਪਾਤਸ਼ਾਹ ਨੇ ਕੀਤਾ। ਰਾਤ ਨੂੰ ਮੁਗਲ ਫੌਜਾਂ ਨੇ ਗੜੀ ਨੂੰ ਘੇਰਾ ਪਾ ਲਿਆ। ਅਗਲੇ ਦਿਨ ਇੱਥੇ 40 ਸਿੰਘਾਂ ਅਤੇ 2 ਸਾਹਿਬਜ਼ਾਦਿਆਂ ਨੇ ਡਟ ਕੇ ਮੁਕਾਬਲਾ ਕੀਤਾ। ਗੁਰੂ ਦੇ ਸਿੰਘ ਤੀਰਾਂ ਦੀ ਸਹਾਇਤਾ ਨਾਲ ਦੁਸ਼ਮਣ ਨੂੰ ਗੜੀ ਤੋਂ ਦੂਰ ਰੱਖਣ ਵਿੱਚ ਸਫਲ ਰਹੇ। ਜਦ ਤੀਰ ਮੁੱਕਣ ਤੇ ਆ ਗਏ ਤਾਂ ਦੁਸ਼ਮਣ ਗੜੀ ਦੇ ਨੇੜੇ ਆ ਪੁੱਜੇ ਤਾਂ ਗੁਰੂ ਦੇ ਸਿੰਘਾਂ ਨੇ ਬਾਹਰ ਨਿਕਲ ਕੇ ਦੁਸ਼ਮਣ ਦਾ ਟਾਕਰਾ ਕਰਨ ਦਾ ਫੈਸਲਾ ਕੀਤਾ। 5 ਸਿੰਘਾਂ ਦੇ ਜਥੇ ਬਣਾ ਕੇ ਸਿੰਘ ਮੈਦਾਨੇ ਜੰਗ ਵਿੱਚ ਜਾ ਕੇ ਦੁਸ਼ਮਣਾਂ ਦੇ ਆਹੂ ਲਾਉਣ ਲੱਗੇ। ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਨੇ ਦੁਸ਼ਮਣਾਂ ਨਾਲ ਜੂਝਣ ਲਈ ਗੁਰੂ ਪਿਤਾ ਤੋਂ ਆਗਿਆ ਮੰਗੀ। ਸਤਿਗੁਰ ਜੀ ਨੇ ਆਪਣੇ ਹੱਥੀਂ ਬਾਬਾ ਅਜੀਤ ਸਿੰਘ ਜੀ ਨੂੰ ਸ਼ਸਤਰ ਸਜਾ ਕੇ 5 ਸਿੰਘਾਂ ਸਮੇਤ ਦੁਸ਼ਮਣ ਨਾਲ ਜੰਗ ਲੜਨ ਲਈ ਗੜੀ ਤੋਂ ਬਾਹਰ ਭੇਜ ਦਿੱਤਾ। ਗੜੀ ਤੋਂ ਬਾਹਰ ਨਿਕਲਦਿਆਂ ਹੀ ਬਾਬਾ ਅਜੀਤ ਸਿੰਘ ਜੀ ਵੈਰੀ ਦਰ ਤੇ ਸ਼ੇਰ ਵਾਂਗ ਟੁੱਟ ਕੇ ਪੈ ਗਏ। ਬਾਬਾ ਅਜੀਤ ਸਿੰਘ ਜੀ ਸ਼ਸਤਰਾਂ ਦੇ ਕਰਤੱਵ ਵਿਖਾਉਂਦੇ ਹੋਏ ਦੁਸ਼ਮਣਾਂ ਦੇ ਆਹੂ ਲਾਉਂਦੇ ਗਏ। ਤਿਉਂ-ਤਿਉਂ ਗੜੀ ਵਿੱਚ ਖੜੇ ਸਾਹਿਬਜ਼ਾਦੇ जुझार ਸਿੰਘ ਜੀ ਚੜ੍ਹਦੀ ਕਲਾ ਵਿੱਚ ਆਉਂਦੇ ਗਏ। ਵੱਡੇ ਵੀਰ ਨੂੰ ਸ਼ਹੀਦ ਹੁੰਦਿਆਂ ਵੇਖ ਸਾਹਿਬਜ਼ਾਦੇ ਬਾਬਾ जुझार ਸਿੰਘ ਜੀ ਨੇ ਗੁਰੂ ਪਿਤਾ ਅੱਗੇ ਬੇਨਤੀ ਕੀਤੀ, ਪਿਤਾ ਜੀ ਮੈਨੂੰ ਵੀ ਆਗਿਆ ਬਖਸ਼ੋ ਤਾਂ ਜੋ ਮੈਂ ਵੀ ਵੱਡੇ ਵੀਰ ਵਾਂਗ ਦੁਸ਼ਮਣਾਂ ਦੇ ਆਹੂ ਲਾਉਂਦਿਆਂ ਹੋਇਆਂ ਸਿੰਘਾਂ ਦੇ ਮੋਢੇ ਨਾਲ ਮੋਢਾ ਢਾ ਕੇ ਸ਼ਹੀਦੀ ਪਾ ਸਕਾਂ। ਪਿਤਾ ਜੀ ਛੇਤੀ ਆਗਿਆ ਬਖਸ਼ੋ, ਮੈਂ ਵੀ ਸ਼ਹੀਦ ਹੋਣਾ ਹੈ। ਬਾਬਾ जुझार ਸਿੰਘ ਜੀ ਦੀਆਂ ਬਹਾਦਰੀ ਦੀਆਂ ਗੱਲਾਂ ਸੁਣ ਕੇ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪ੍ਰਸੰਨ ਹੋ ਗਏ। ਗੁਰੂ ਗੋਬਿੰਦ ਸਿੰਘ ਜੀ ਨੇ ਆਪ ਬਾਬਾ जुझार ਸਿੰਘ ਜੀ ਨੂੰ ਸ਼ਸਤਰ ਸਜਾ ਕੇ ਮੈਦਾਨੇ ਜੰਗ ਲਈ ਵਿਦਾ ਕਰ ਦਿੱਤਾ।
ਬਾਬਾ ਜੁਝਾਰ ਸਿੰਘ ਜੀ ਜੈਕਾਰੇ ਗੁਜਾਉਂਦੇ ਹੋਏ ਗੜੀ ਤੋਂ ਬਾਹਰ ਨਿਕਲੇ ਅਤੇ ਪੰਜਾਂ ਸਿੰਘਾਂ ਸਮੇਤ ਵੈਰੀਆਂ ਤੇ ਟੁੱਟ ਕੇ ਪੈ ਗਏ। ਬਾਬਾ ਜੁਝਾਰ ਸਿੰਘ ਜੀ ਨੇ ਵੈਰੀਆਂ ਦੇ ਸੀਨੇ ਤੀਰਾਂ ਨਾਲ ਵਿੰਨਣੇ ਸ਼ੁਰੂ ਕਰ ਦਿੱਤੇ। ਬਾਬਾ ਜੀ ਦੇ ਬਹਾਦਰੀ ਦੇ ਜੌਹਰ ਦੇਖ ਕੇ ਵੈਰੀਆਂ ਨੂੰ ਭਾਜੜ ਪੈ ਗਈ। ਉਧਰ ਗੁਰੂ ਪਿਤਾ ਗੜੀ ਵਿੱਚੋਂ ਵੈਰੀਆਂ ਨੂੰ ਤੀਰਾਂ ਨਾਲ ਵਿੰਨ ਰਹੇ ਸਨ। ਬਾਬਾ ਜੁਝਾਰ ਸਿੰਘ ਜੀ ਨੇ ਆਪਣੀ ਸੀਸ ਸਾਹਿਬ ਮਿਆਨ ਵਿੱਚੋਂ ਧੂ ਲਈ ਅਤੇ ਵੈਰੀਆਂ ਦੇ ਡੱਕਰੇ ਕਰਨ ਲੱਗੇ। ਇਸ ਤਰ੍ਹਾਂ ਬਾਬਾ ਜੁਝਾਰ ਸਿੰਘ ਜੀ ਮੈਦਾਨੀ ਜੰਗ ਵਿੱਚ ਵੈਰੀਆਂ ਨਾਲ ਜੂਝਦੇ ਹੋਏ ਸ਼ਹੀਦੀ ਪਾ ਗਏ। ਉੱਪਰ ਗੜੀ ਵਿੱਚ ਖੜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਜੁਝਾਰ ਸਿੰਘ ਜੀ ਨੂੰ ਸ਼ਹੀਦੀ ਪਾਉਂਦਿਆਂ ਵੇਖ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ। ਸਰਬੰਸਦਾਨੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਰਗੀ ਕੁਰਬਾਨੀ ਸੰਸਾਰ ਦੇ ਕਿਸੇ ਇਤਿਹਾਸ ਵਿੱਚ ਅਜਿਹੀ ਮਿਸਾਲ ਨਹੀਂ ਮਿਲਦੀ।